ਹੈਲੋ ਸਟੂਡੈਂਟ, ਅੱਜ ਆਪਾਂ 9ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਇਕਾਂਗੀ ਮੌਨਧਾਰੀ ਬਾਰੇ ਪੜ੍ਹਾਂਗੇ, ਜੋ ਕਿ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਗਈ ਹੈ। ਸਭ ਤੋਂ ਪਹਿਲਾਂ ਆਪਾਂ ਈਸ਼ਵਰ ਚੰਦਰ ਨੰਦਾ ਬਾਰੇ ਪੜ੍ਹਾਂਗੇ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ ਅਤੇ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦਾ ਜਨਮ 30 ਸਤੰਬਰ 1892 ਈਸਵੀ ਨੂੰ ਪਿੰਡ ਗਾਂਧੀਆਂ ਪਨਿਆੜ, ਜ਼ਿਲ੍ਹਾ ਗੁਰਦਾਸਪੁਰ ਵਿੱਚ ਸ੍ਰੀ ਦੀਵਾਨ ਭਾਗ ਮੱਲ ਨੰਦਾ ਅਤੇ ਮਾਤਾ ਸ੍ਰੀਮਤੀ ਆਤਮਾ ਦੇਵੀ ਜੀ ਦੇ ਘਰ ਹੋਇਆ। ਇਹਨਾਂ ਨੇ MA ਅੰਗਰੇਜ਼ੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਅਤੇ ਉਚੇਰੀ ਵਿੱਦਿਆ ਲਈ ਆਪ ਵਿਲਾਇਤ ਵੀ ਗਏ। ਉਚੇਰੀ ਮਤਲਬ ਇਦੋਂ ਅਗਲੀ ਪੜ੍ਹਾਈ ਕਰਨ ਵਾਸਤੇ ਉਹ ਵਿਲਾਇਤ ਗਏ। ਆਪ ਨੇ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ ਦੇ ਤੌਰ 'ਤੇ ਰੋਹਤਕ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। 1913 ਈਸਵੀ ਵਿੱਚ ਸ੍ਰੀਮਤੀ ਨੋਰਾ ਰਿਚਰਡ ਵੱਲੋਂ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਆਯੋਜਿਤ ਖੇਤਰੀ ਭਾਸ਼ਾਵਾਂ ਦੇ ਨਾਟਕਾਂ ਦੀ ਪ੍ਰਤੀਯੋਗਤਾ ਵਿੱਚ ਨੰਦਾ ਦਾ ਲਿਖਿਆ ਦੁਲਹਨ ਨਾਟਕ ਪਹਿਲੇ ਸਥਾਨ 'ਤੇ ਰਿਹਾ। ਉਹਨਾਂ ਨੇ ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ ਵੀਨਸ ਦਾ ਪੰਜਾਬੀ ਅਨੁਵਾਦ ਵੀ ਕੀਤਾ। ਈਸ਼ਵਰ ਚੰਦਰ ਨੰਦਾ ਨੇ ਘਰ-ਬਾਰ, ਸ਼ਾਮੂ-ਸ਼ਾਹ, ਸੋਸ਼ਲ ਸਰਕਲ, ਝਲਕਾਰੇ, ਲਿਸ਼ਕਾਰੇ, ਚਮਕਾਰੇ, ਸੁਭੱਦਰਾ, ਬੇਬੇ ਰਾਮ ਭਜਨੀ, ਮਾਂ ਦਾ ਡਿਪਟੀ, ਬੇਈਮਾਨ ਅਤੇ ਦੁਲਹਨ ਆਦਿ ਰਚਨਾਵਾਂ ਪਾਠਕਾਂ ਦੀਆਂ ਝੋਲੀ ਪਾਈਆਂ। ਨੰਦਾ ਸਫਲ ਨਾਟਕਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਨਿਰਦੇਸ਼ਕ ਅਤੇ ਅਦਾਕਾਰ ਵਜੋਂ ਵੀ ਮਸ਼ਹੂਰ ਸਨ। ਆਪ ਨੂੰ ਪੰਜਾਬੀ ਨਾਟਕ ਦਾ ਪਿਤਾਮਾ ਹੋਣ ਦਾ ਮਾਣ ਵੀ ਪ੍ਰਾਪਤ ਹੈ। ਹੁਣ ਆਪਾਂ ਇਕਾਂਗੀ ਬਾਰੇ ਪੜ੍ਹਾਂਗੇ ਕਿ ਇਕਾਂਗੀ ਵਿੱਚ ਕੀ ਦਿੱਤਾ ਹੋਇਆ ਹੈ। ਇਹਦੇ ਵਿੱਚ ਜਿਹੜੇ ਪਾਤਰ ਨੇ ਉਹ ਕਿਹੜੇ-ਕਿਹੜੇ ਹਨ। ਰਾਮ ਪਿਆਰੀ, ਜੋ ਕਿ ਇੱਕ ਅੱਧਖੜ ਉਮਰ ਦੀ ਤੀਵੀਂ ਹੈ। ਹਰੀ ਚੰਦ ਰਾਮ ਪਿਆਰੀ ਦਾ ਘਰਵਾਲਾ ਹੈ। ਉਮਰ ਲਗਭਗ 60 ਸਾਲ ਦੀ ਹੈ। ਸਿਹਤ ਉਹਦੀ ਥੋੜ੍ਹੀ ਜਿਹੀ ਖਰਾਬ ਹੈ। ਮਦਨ ਲਾਲ 30-32 ਸਾਲ ਦਾ ਨੌਜਵਾਨ ਰਾਮ ਪਿਆਰੀ ਦਾ ਭਣੇਵਾ ਮਤਲਬ ਭਾਂਜਾ। ਸਾਧੂ ਉਮਰ 35-40 ਸਾਲ। ਮੌਨਧਾਰੀ ਉਮਰ ਲਗਭਗ 50। ਪਹਿਲੇ ਸਾਧੂ ਦਾ ਮੌਨਧਾਰੀ ਜੋਟੀਦਾਰ। ਕਿਸ਼ੋਰ ਚੰਦ ਹਰੀ ਚੰਦ ਦਾ ਲੜਕਾ। ਉਮਰ ਲਗਭਗ 30 ਸਾਲ। ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ। ਵਕਤ ਸ਼ਾਮ ਦੇ 5 ਵਜੇ ਹਨ। ਜ਼ਮਾਨਾ ਅੱਜ ਕੱਲ੍ਹ ਦਾ ਹੈ। ਸਥਾਨ ਕਿੱਥੋਂ ਦਾ ਹੈ? ਕਿਸ਼ੋਰ ਚੰਦ ਦਾ ਸਰਕਾਰੀ ਕੁਆਟਰ। ਸਭ ਤੋਂ ਪਹਿਲਾਂ ਸਿਚੁਏਸ਼ਨ ਕੀ ਹੈ, ਸਥਿਤੀ ਕੀ ਹੈ। ਕੁਆਟਰ ਦਾ ਬਰਾਂਡਾ। ਬਰਾਂਡੇ ਦੇ ਅੱਗੇ 2 ਨੀਵੀਆਂ ਪੌੜੀਆਂ। ਪੌੜੀਆਂ ਦੇ ਅੱਗੇ ਛੋਟਾ ਜਿਹਾ ਵਿਹੜਾ। ਵਿਹੜੇ ਦੇ ਖੱਬੇ ਪਾਸੇ ਬਾਹਰ ਆਉਣ ਜਾਣ ਦਾ ਰਸਤਾ ਹੈ। ਦਰਵਾਜ਼ਾ ਅੱਧ ਖੁੱਲ੍ਹਾ ਪਿਆ ਹੈ। ਬਰਾਂਡੇ ਦੇ ਸੱਜੇ ਪਾਸੇ ਦੂਜੇ ਕਮਰੇ ਦਾ ਬੰਦ ਦਰਵਾਜ਼ਾ ਦਿਸਦਾ ਹੈ। ਬਰਾਂਡੇ ਦੇ ਸੱਜੇ ਖੱਬੇ ਸਿਰਿਆਂ ਉੱਤੇ 2 ਥੰਮ੍ਹ ਹਨ। ਬਰਾਂਡੇ ਵਿੱਚ ਇੱਕ ਚਾਰਪਾਈ ਪਈ ਹੈ। ਅੱਧ ਖੁੱਲ੍ਹੇ ਦਰਵਾਜ਼ੇ ਦੇ ਕੋਲ ਇੱਕ ਆਰਾਮ ਕੁਰਸੀ ਅਤੇ ਇੱਕ ਹੋਰ ਕੁਰਸੀ ਦਰਵਾਜ਼ੇ ਦੇ ਕੁਝ ਅੱਗੇ। ਰਾਮ ਪਿਆਰੀ ਇੱਕ ਪਟੜੀ ਉੱਤੇ ਬੈਠੀ ਸਬਜ਼ੀ ਚੀਰ ਰਹੀ ਹੈ। ਰਾਮ ਪਿਆਰੀ ਸਬਜ਼ੀ ਚੀਰਦੀ ਹੋਈ ਕਹਿੰਦੀ ਹੈ, ਖਾਏ ਕੋਈ, ਸਬਜ਼ੀਆਂ ਨੂੰ ਤਾਂ ਅੱਗ ਲੱਗ ਗਈ ਹੋਈ ਹੈ। ਇੰਨੇ ਚਿਰ ਨੂੰ ਹਰੀ ਚੰਦ ਖੰਘਦਾ ਹੋਇਆ ਵਿਚਕਾਰਲੇ ਦਰਵਾਜ਼ੇ ਵਿੱਚੋਂ ਬਾਹਰ ਆਉਂਦਾ ਹੈ ਅਤੇ ਇੱਕ ਹੱਥ ਵਿੱਚ ਉਸਦੇ ਕੀ ਫੜਿਆ ਹੋਇਆ ਹੈ? ਦਵਾਈ ਦੀ ਸ਼ੀਸ਼ੀ ਅਤੇ ਦੂਸਰੇ ਵਿੱਚ ਮੋਟੀ ਜਿਹੀ ਮੁੱਠ ਵਾਲੀ ਸੋਟੀ। ਸਿਰ 'ਤੇ ਉਹਦੇ ਸਾਫਾ ਬੰਨ੍ਹਿਆ ਹੋਇਆ ਹੈ, ਜਿਹਦਾ ਤੁਰਾ ਉੱਠਿਆ ਹੋਇਆ ਜਾਪਦਾ ਹੈ ਅਤੇ ਸ਼ਮਲਾ ਪਿੱਛੇ ਲਟਕਦਾ ਹੈ। ਖੁੱਲ੍ਹਾ ਪਜਾਮਾ, ਲੰਮਾ ਕੋਟ, ਪੈਰੀਂ ਗੁਰਗਾਬੀ, ਸ਼ਕਲ ਦੇ ਸਲੀਪਰ, ਠਿੱਬੇ ਜਿਹੇ ਪੁਰਾਣੇ। ਹਰੀ ਚੰਦ ਸਿੱਧਾ ਹੀ ਬਰਾਂਡੇ ਦੀਆਂ ਪੌੜੀਆਂ ਉਤਰ ਕੇ ਬਾਹਰ ਨੂੰ ਜਾਣ ਲੱਗਦਾ ਹੈ। ਜਦੋਂ ਉਹ ਦਰਵਾਜ਼ੇ ਦੇ ਕੋਲ ਪੁੱਜਦਾ ਹੈ ਤਾਂ ਰਾਮ ਪਿਆਰੀ ਉਸਨੂੰ ਬੁਲਾਉਂਦੀ ਹੈ। ਕਿੱਥੇ ਚੱਲੇ ਹੋ? ਢੱਠੇ ਖੂਹ ਵਿੱਚ। ਹਾਏ ਹਾਏ, ਸੁੱਖ ਦੀ ਬੋਲੀ ਬੋਲੋ, ਕੀ ਹੋ ਗਿਆ ਜੇ ਮੱਤ ਨੂੰ? ਤੁਹਾਨੂੰ ਕਿੰਨੇ ਵਾਰ ਕਿਹਾ ਹੈ ਕਿ ਜਾਂਦਿਆਂ ਨੂੰ ਪਿੱਛੋਂ ਆਵਾਜ਼ ਨਾ ਮਾਰਿਆ ਕਰੋ। ਅਤੇ ਕੀ ਹੋ ਗਿਆ ਫਿਰ? ਕਿੱਥੇ ਚੱਲੇ ਹੋ? ਵੇਖਦੀ ਨਹੀਂ ਡਾਕਟਰ ਵੱਲ? ਛੇਤੀ ਮੁੜਨਾ ਭਲਾ। ਅਤੇ ਹੋਰ ਮੈਂ ਉੱਥੇ ਸ਼ਤਰੰਜ ਦੀ ਬਾਜੀ ਲਾਉਣ ਚੱਲਿਆ। ਜਾਂਦਾ ਦਰਵਾਜ਼ੇ ਨੂੰ ਅੱਧ ਖੁੱਲ੍ਹਾ ਛੱਡ ਜਾਂਦਾ ਹੈ। ਫਿਰ ਰਾਮ ਪਿਆਰੀ ਆਪਸ 'ਚ ਗੱਲ ਕਰਦੀ ਹੈ, ਇੱਕ ਤਾਂ ਡਾਕਟਰਾਂ ਸਾਡੀ ਬੁੱਧੀ ਮਾਰ ਛੱਡੀ ਹੈ। ਰੋਜ਼ ਦਵਾਈਆਂ, ਨਾ ਬਿਮਾਰੀ ਜਾਂਦੀ ਹੈ ਨਾ ਦਵਾਈਆਂ, ਮੁੱਕਦੀਆਂ ਹੀ ਨਹੀਂ। ਹੇ ਰਾਮ। ਆਵਾਜ਼ ਆਉਂਦੀ ਹੈ, ਬੀਬੀ ਜੀ 14 ਨੰਬਰ ਕੁਆਟਰ ਇਹੋ ਹੈ।
ਆਵਾਜ਼, ਬੀਬੀ ਜੀ 14 ਨੰਬਰ ਕੁਆਟਰ ਇਹੋ ਹੈ? ਇਹੋ ਹੈ ਕਿਉਂ, ਕੀ ਹੈ? ਉਹ ਛੋਕਰਾ ਆਪਣੇ ਸਿਰ 'ਤੇ ਇੱਕ ਨਿੱਕੀ ਜਿਹੀ ਟਰੰਕੀ ਉਤਾਰ ਕੇ ਬਰਾਂਡੇ ਵਿੱਚ ਰੱਖ ਦਿੰਦਾ ਹੈ। ਰਾਮ ਪਿਆਰੀ, ਇਹ ਕਿਹਦਾ ਹੈ? ਕੁਲੀ ਬਿਨਾਂ ਕੁਝ ਦੱਸਿਆਂ ਬਾਹਰ ਨੂੰ ਜਾਂਦਾ ਹੈ। ਵੇ ਹੋਰ ਕਿਸੇ ਦਾ ਹੋਣਾ ਹੀ ਹੈ, ਲੈ ਜਾ ਇਹਨੂੰ। ਕੁਲੀ ਕਹਿੰਦਾ ਹੈ ਕਿ ਇਸੇ ਨੰਬਰ ਦਾ ਹੈ ਜੀ। ਉਹ ਇਹ ਕਹਿੰਦਾ ਹੋਇਆ ਚਲਾ ਜਾਂਦਾ ਹੈ। ਰਾਮ ਪਿਆਰੀ ਇਸੇ ਨੰਬਰ ਦਾ? ਹੈਰਾਨੀ ਨਾਲ ਪੁੱਛਦੀ ਹੈ। ਸਾਡੇ ਕੌਣ ਆਉਣ ਵਾਲਾ ਹੈ? ਦਰਵਾਜ਼ਾ ਭੀੜ ਕੇ ਪਟੜੀ 'ਤੇ ਜਾ ਬੈਠਦੀ ਹੈ ਤੇ ਸਬਜ਼ੀ ਚੀਰਨ ਲੱਗ ਜਾਂਦੀ ਹੈ। ਛੇਤੀ ਹੀ ਦਰਵਾਜ਼ਾ ਖੜਕਦਾ ਹੈ। ਰਾਮ ਪਿਆਰੀ ਮੁੜ ਕੇ ਦੇਖਦੀ ਹੈ। ਮਦਨ ਲਾਲ ਦਰਵਾਜ਼ੇ ਵਿੱਚ ਹੌਲੀ ਜਿਹੀ ਸਿਰ ਕੱਢ ਕੇ ਅੰਦਰ ਝਾਕਦਾ ਹੈ। ਰਾਮ ਪਿਆਰੀ ਪੁੱਛਦੀ ਹੈ, ਕੌਣ? ਮੈਂ ਆ ਮਾਸੀ ਜੀ, ਨਮਸਤੇ। ਰਾਮ ਪਿਆਰੀ ਉਸਨੂੰ ਵੇਖ ਕੇ ਪਛਾਣਦੀ ਰਹਿ ਜਾਂਦੀ ਹੈ। ਮਦਨ ਦਾ ਹੁਲੀਆ ਕੁਝ ਵਿਗੜਿਆ ਜਿਹਾ, ਧੇੜ ਅੱਧ ਜੈਲ ਮੈਲਾ ਜਿਹਾ ਪਜਾਮਾ ਪਾਇਆ ਹੋਇਆ ਹੈ। ਕਮੀਜ਼ ਦਾ ਉਤਲਾ ਬਟਨ ਟੁੱਟਿਆ ਹੋਇਆ ਕੋਟ ਵਿੱਚ ਪਿਆ ਲੱਭਦਾ। ਸਿਰ 'ਤੇ ਪਗੜੀ ਜਿਹੀ ਬਹੁਤ ਸਾਫ਼ ਨਹੀਂ ਜਾਪਦੀ। ਪੱਗ ਦੇ ਵਾਲਾਂ ਉੱਤੇ ਮੱਥੇ 'ਤੇ ਬੰਨ੍ਹੀ ਹੋਈ ਇੱਕ ਪੱਟੀ ਥੋੜ੍ਹੀ ਜਿਹੀ ਦਿਸਦੀ ਹੈ। ਚਿਹਰਾ ਫਿਕਰ ਤੇ ਚਿੰਤਾ ਦਾ ਮਾਰਿਆ ਹੋਇਆ ਹੈ। ਕਈ ਚਿਰਾਂ ਤੋਂ ਸ਼ੇਵ ਨਾ ਕਰਕੇ ਚਿਹਰਾ ਵਧੇਰੇ ਬੇਰੌਣਕਾਂ ਤੇ ਉਤਰਿਆ ਹੋਇਆ ਜਾਪਦਾ ਹੈ। ਰਾਮ ਪਿਆਰੀ ਉੱਠ ਕੇ ਦਰਵਾਜ਼ੇ ਵੱਲ ਜਾਣਾ ਚਾਹੁੰਦੀ ਹੈ, ਪਰ ਮਦਨ ਆਪ ਹੀ ਬਰਾਂਡੇ ਵਿੱਚ ਆ ਜਾਂਦਾ ਹੈ ਤੇ ਰਾਮ ਪਿਆਰੀ ਉਹਦੇ ਵੱਲ ਸਿਰ ਤੋਂ ਪੈਰਾਂ ਤੱਕਦੀ ਰਹਿ ਜਾਂਦੀ ਹੈ। ਕਹਿੰਦੀ, ਪਛਾਣਿਆ ਨਹੀਂ ਹੁੰਦਾ? ਮਾਸੀ ਮੈਂ ਆ, ਪਛਾਣਦੀ ਨਹੀਂ? ਮੈਂ ਮਦਨ। ਤੂੰ ਮਦਨ? ਸਿਰ ਤੋਂ ਪੈਰਾਂ ਵੱਲ ਉਹਦੇ ਵੱਲ ਧਿਆਨ ਨਾਲ ਦੇਖਦੀ ਹੈ। ਤੂੰ ਮਦਨ, ਇਹ ਕੀ ਹਾਲ ਬਣਾਇਆ ਹੈ? ਆ ਬੈਠ, ਮੈਨੂੰ ਦੱਸ। ਫੜ ਕੇ ਕੁਰਸੀ 'ਤੇ ਬਿਠਾ ਦਿੰਦੀ ਹੈ ਉਸਨੂੰ। ਮਦਨ ਕਹਿੰਦਾ, ਦੱਸਣਾ ਮਾਸੀ, ਟਰੰਕੀ ਅੰਦਰ ਕਰ ਲਵਾਂ? ਟਰੰਕੀ ਨੂੰ ਚੁੱਕ ਕੇ ਅੰਦਰ ਲੈ ਜਾਂਦਾ ਹੈ। ਹੇ ਭਗਵਾਨ! ਮਦਨ ਕਿਧਰੋਂ ਨਾ ਖੱਤ ਨਾ ਪੱਤਰ, ਕਿਉਂਕਿ ਉਸ ਟਾਈਮ ਵਿੱਚ ਤਾਂ ਇਹੀ ਹੁੰਦਾ ਸੀ ਕਿ ਜੇ ਕਿਸੇ ਨੇ ਆਉਣਾ ਹੁੰਦਾ ਸੀ ਤਾਂ ਪਹਿਲਾਂ ਖੱਤ ਜਾਂ ਪੱਤਰ ਦੁਆਰਾ ਸੰਦੇਸ਼ ਦਿੱਤਾ ਜਾਂਦਾ ਸੀ ਕਿ ਉਸਨੇ ਆਉਣਾ ਹੈ। ਬਾਹਰ ਨਿਕਲਦਾ ਹੋਇਆ, ਮਾਸੀ ਜੀ, ਜੇ ਮੈਂ ਲਿਖ ਸਕਦਾ ਤਾਂ ਲਿਖਦਾ। ਪਿੱਛੇ ਘਰ ਸੁੱਖ ਸਾਂਦ ਹੈ? ਹੋਣੀ ਹੈ, ਮੈਨੂੰ ਪਤਾ ਨਹੀਂ। ਮੈਨੂੰ ਤੀਜਾ ਚੌਥਾ ਮਹੀਨਾ ਹੋਇਆ ਹੈ ਘਰੋਂ ਨਿਕਲਿਆ। ਤੇ ਕੁਰਸੀ 'ਤੇ ਬੈਠ ਜਾਣਾ। ਘਰੋਂ ਨਿਕਲਿਆ? ਕਿਉਂ, ਕੀ ਹੋ ਗਿਆ? ਨਾਰਾਜ਼ ਹੋ ਕੇ ਨਿਕਲ ਆਇਆ ਹੈ? ਤਕਦੀਰ। ਮਾਸੀ ਖੋਟੀ ਕਿਸਮਤ। ਲੰਬਾ ਸਾਰਾ ਹੋਂਕਾ ਭਰਦਾ ਹੈ। ਜਿਵੇਂ ਕੁਝ ਦੱਸ ਤਾਂ ਸਹੀ। ਮੇਰੇ ਜੀਅ ਨੂੰ ਡੋਬ ਪੈਂਦੀ ਹੈ, ਮਤਲਬ ਉਸਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ ਤੇ ਉਹ ਪੁੱਛਦੀ ਹੈ ਕਿ ਜਲਦੀ ਦੱਸ। ਦੱਸਣਾ ਮਾਸੀ, ਦੱਸਣਾ। ਮੈਨੂੰ ਦਮ ਤਾਂ ਲੈ ਲੈਂਦੇ। ਰਾਮ ਪਿਆਰੀ ਉਹਦੇ ਵੱਲ ਘਬਰਾਈ ਹੋਈ ਆਵਾਜ਼ 'ਚ ਬੋਲਦੀ ਹੈ, ਭਗਵਾਨ। ਮਾਸੀ ਕੀ ਦੱਸਾਂ ਤੈਨੂੰ? ਜਿੱਦਾਂ ਸ਼ਿਕਾਰ ਪਿੱਛੇ ਕੁੱਤੇ ਪਏ ਹੁੰਦੇ ਹਨ, ਉਸੇ ਤਰ੍ਹਾਂ ਹੌਂਕਦਾ ਤੇ ਲੁਕਦਾ ਫਿਰਦਾ। ਮੇਰੇ ਕੋਈ ਹਾਲ ਨਹੀਂ ਹੈ। ਹਾਏ, ਤੇਰੇ ਪਿੱਛੇ ਕੁੱਤੇ ਕਿੱਥੋਂ ਪੈ ਗਏ? ਮਾਸੀ, ਮੇਰੇ ਪਿੱਛੇ ਪੁਲਿਸ ਲੱਗੀ ਹੋਈ ਹੈ। ਮੈਂ ਥਾਂ 'ਤੇ ਨੱਠਦਾ ਲੁਕਦਾ ਫਿਰਦਾ ਹਾਂ। ਮਾਸੀ, ਇੱਥੇ ਪੁਲਿਸ ਤਾਂ ਨਹੀਂ ਆ ਸਕਦੀ? ਨਹੀਂ ਆ ਸਕਦੀ। ਲੈ, ਪੁਲਿਸ ਨੇ ਇੱਥੇ ਖੇ ਖਾਣ ਆਉਣਾ ਹੈ? ਸਦਕੇ ਕੀਤੀ। ਘਬਰਾਣਾ, ਤੇਰੀ ਹਾਲਤ ਵੇਖ ਕੇ ਮੇਰਾ ਜੀਅ ਪਿਆ ਖੁੱਸਦਾ ਹੈ। ਮੈਨੂੰ ਸਾਰੀ ਗੱਲ ਦੱਸ। ਦੱਸਣਾ ਅੰਦਰ ਜਾ ਕੇ, ਅੰਦਰ ਚੱਲ ਕੇ। ਹੈਂ ਕਮਲਾ ਤੂੰ? ਬੇਸ਼ੱਕ ਗੱਲ ਕਰ, ਇੱਥੇ ਕੋਈ ਨਹੀਂ ਆਉਂਦਾ। ਕਹਿੰਦਾ, ਦਰਵਾਜ਼ੇ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਦਰਵਾਜ਼ਾ ਖੁੱਲ੍ਹਾ ਹੈ। ਉਹ ਕਹਿੰਦੀ, ਮੈਂ ਕੁੰਡੀ ਲਾ ਆਉਂਦੀ ਹਾਂ। ਤੇ ਲੈ, ਹੁਣ ਕਾਹਦਾ ਫਿਕਰ ਹੈ, ਦੱਸ ਮੈਨੂੰ। ਮਾਸੀ, ਮੈਂ ਰੁਪਇਆ ਨਹੀਂ ਚੁੱਕਿਆ, ਮੈਂ ਚੋਰ ਨਹੀਂ, ਮੈਂ ਗਬਨ ਨਹੀਂ ਕੀਤਾ। ਚੋਰੀ ਗਬਨ, ਇਹ ਕੀ ਪਿਆ ਗੱਲਾਂ ਕਰਦਾ ਹੈ? ਕਿਸਮਤ ਨੇ ਦਗਾ ਦਿੱਤਾ ਮਾਸੀ। ਮੇਰੇ ਨਾਲ ਕਲਰਕ ਭੂਸ਼ਣ, ਅਸੀਂ ਦੋਵੇਂ ਇੱਕ ਦਫ਼ਤਰ ਵਿੱਚ ਸਾਂ। ਹਾਂ, ਫਿਰ ਕੀ ਹੋਇਆ? ਉਹਨੇ ਮੈਨੂੰ ਫੁਸਲਾਇਆ, ਮੇਰੀ ਅਕਲ 'ਤੇ ਪਰਦਾ ਪੈ ਗਿਆ। ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ। ਬੁੱਧੂ, ਮੈਂ ਬੁੱਧੂ ਹਾਂ। ਉਹ ਰੁਪਇਆ ਲੈ ਕੇ ਉੱਡ ਗਿਆ। ਫੇਰ ਤੈਨੂੰ ਕੀ? ਤੂੰ ਤਾਂ ਰੁਪਇਆ ਨਹੀਂ ਲਿਆ ਨਾ? ਵੇਖਿਆ ਨਹੀਂ, ਕਹਿੰਦਾ ਸੀ ਅੱਧੋ ਅੱਧ ਲੈ ਦਿਆਂਗਾ। ਮੈਂ ਲਾਲਚ ਵਿੱਚ ਆ ਗਿਆ। ਕਿੰਨਾ ਕੁ ਰੁਪਇਆ? 48,000। 48? ਹੇ ਰਾਮ, ਆਪੇ ਪੁਲਿਸ ਉਹਨੂੰ ਫੜੇਗੀ, ਤੈਨੂੰ ਕੀ? ਉਹ ਤਾਂ ਫੜਿਆ ਗਿਆ ਹੈ। ਬਸ ਫੇਰ ਤੂੰ ਕਿਉਂ ਨੱਠਦਾ ਪਿਆ? ਆਪੇ ਸੱਚੋ ਸੱਚ ਨਿੱਤਰ ਜਾਏਗਾ। ਉਹਨੇ ਪੁਲਿਸ ਨੂੰ ਮੇਰੇ ਪਿੱਛੇ ਲਾ ਦਿੱਤਾ ਹੈ। ਕਹਿੰਦਾ ਹੈ ਰੁਪਇਆ ਮੇਰੇ ਕੋਲ ਹੈ। ਪਰ ਤੂੰ ਲਿਆ ਹੀ ਨਹੀਂ ਤੇ ਫਿਰ ਤੈਨੂੰ ਕਾਹਦਾ ਡਰ? ਮਾਸੀ, ਮੇਰੇ ਕਿਸੇ ਨੇ ਨਹੀਂ ਸੁਣਨੀ, ਕਿਸੇ ਨੇ ਨਹੀਂ ਮੰਨਣੀ। ਤੂੰ ਐਵੇਂ ਨਾ ਪਿਆ ਘਬਰਾ। ਪੁਲਿਸ ਡੰਡਿਆਂ ਨਾਲ ਮੇਰੇ ਹੱਡ ਭੰਨ ਸੁੱਟੇਗੀ। ਮੈਨੂੰ ਕੁੱਟ ਕੇ ਬਕਵਾ ਲਏਗੀ। ਹਾਏ, ਮੇਰੇ ਕੋਲ ਪੁਲਿਸ ਦੀ ਫੰਡ ਨਹੀਂ ਚੱਲ ਹੋਣੀ। ਮੈਂ ਮਰ ਜਾਵਾਂਗਾ। ਹੋਏ ਮੇਰੇ ਰੱਬਾ, ਸੁੱਖੀ ਸਾਂਦੀ ਮਰਨ ਤੇਰੇ ਵੈਰੀ। ਇੱਥੇ ਪੁਲਿਸ ਨਹੀਂ ਆ ਸਕਦੀ। ਘਬਰਾ ਨਾ ਤੂੰ। ਚੱਲ ਅੰਦਰ। ਹੱਥ ਮੂੰਹ ਧੋ ਕੇ ਉਹਨੇ ਤੇਰਾ ਵੀਰਾ ਦਫ਼ਤਰੋਂ ਆਉਂਦਾ ਹੈ ਤੇ ਤੁਹਾਨੂੰ ਚਾਹ ਬਣਾ ਕੇ ਦਿੰਦੀ ਹਾਂ। ਮਦਨ ਅੰਦਰ ਚਲਾ ਜਾਂਦਾ ਹੈ। ਰਾਮ ਪਿਆਰੀ ਫੇਰ ਸਬਜ਼ੀ ਚੀਰਨ ਲੱਗ ਪੈਂਦੀ ਹੈ। ਖਬਰੇ ਕੀ ਕਰ ਬੈਠਾ ਹੈ ਮੁੰਡਾ? ਜੀ ਭਿਆਣਾ ਸਾਡੇ ਆ ਵੜਿਆ ਹੈ। ਲਾਜ ਰੱਖੀ ਭਗਵਾਨ।
ਉਸੇ ਵੇਲੇ ਹਰੀ ਚੰਦ ਜੋ ਡਾਕਟਰ ਤੋਂ ਪਰਤ ਕੇ ਆਇਆ ਹੈ ਦਰਵਾਜ਼ਾ ਕੁੰਡੀ ਲੱਗਾ ਵੇਖ ਕੇ ਕਾਹਲਾ ਪੈ ਕੇ ਖੜਕਾਉਂਦਾ ਹੈ। ਦਰਵਾਜ਼ਾ ਜ਼ੋਰ ਨਾਲ ਖੜਕਣ ਦੀ ਆਵਾਜ਼ ਸੁਣ ਕੇ ਰਾਮ ਪਿਆਰੀ ਧਰਬਕ ਉੱਠਦੀ ਹੈ। ਆਪਣੇ ਖਿਆਲ ਵਿੱਚ ਉਹਨੂੰ ਇੰਜ ਜਾਪਿਆ ਕਿ ਜਿਵੇਂ ਪੁਲਿਸ ਨੇ ਆ ਕੇ ਦਰਵਾਜ਼ਾ ਭੰਨਿਆ ਹੈ। ਰਾਮ ਪਿਆਰੀ ਬੈਠੀ ਬੈਠੀ, ਆਪ ਘਰ ਨਹੀਂ ਹੈਗੇ, ਜਰਾ ਠਹਿਰ ਕੇ ਆਇਓ ਭਾਈ। ਉਹ ਦਰਵਾਜ਼ਾ ਵੀ ਖੋਲ੍ਹਣਾ, ਕੁੰਡੀ ਕਿਉਂ ਝਾੜ ਛੱਡੀ ਹੈ? ਉਸਦਾ ਘਰ ਵਾਲਾ ਕਹਿੰਦਾ ਹੈ। ਰਾਮ ਪਿਆਰੀ ਕਹਿੰਦੀ, ਆਈ ਜੀ ਆਈ। ਦੌੜ ਕੇ ਦਰਵਾਜ਼ਾ ਖੋਲ੍ਹਦੀ ਹੈ ਤੇ ਹਰੀ ਚੰਦ ਦਵਾਈ ਵਾਲੀ ਸ਼ੀਸ਼ੀ ਹੱਥ ਵਿੱਚ ਫੜੀ ਅੰਦਰ ਆਉਂਦਾ ਹੈ। ਮੈਂ ਜਦ ਤੱਕ ਪੁਲਿਸ ਵਾਲੇ ਦਰਵਾਜ਼ੇ ਭੰਨਣ ਢਏ ਹੋਏ ਹਨ। ਪੁਲਿਸ ਵਾਲੇ? ਉਹਨਾਂ ਦਾ ਕੀ ਕੰਮ ਹੈ ਇੱਥੇ? ਬੈਠਾ ਬੈਠੀ ਉਂਘ ਪਈ ਕਿ ਕੋਈ ਭੈੜਾ ਸੁਪਨਾ ਆ ਗਿਆ ਈ ਕੀ। ਬੜੀ ਬਿਪਤਾ ਪੈ ਗਈ ਹੈ, ਪਰ ਪਹਿਲਾਂ ਮੈਨੂੰ ਡਾਕਟਰ ਦੀ ਗੱਲ ਦੱਸ ਲਓ ਛੇਤੀ। ਉਹ ਬਿਪਤਾ ਹੀ ਹੈ। ਕਿਉਂ, ਕੀ ਬਿਮਾਰੀ ਦੱਸੀ ਹੈ? ਉਹ ਕੋਈ ਇੱਕ ਹੋਵੇ ਤਾਂ ਦੱਸਾਂ। ਉਹਨੇ ਕੋਈ 10 ਗਿਣਾਤੀਆਂ। ਦਿਲ ਦੀ ਬਿਮਾਰੀ, ਖੂਨ ਦੀ ਬਿਮਾਰੀ, ਦਿਲ ਦੀ ਧੜਕਨ, ਫੇਫੜੇ ਖਰਾਬ, 12 ਮਾਸੀ ਜ਼ੁਕਾਮ, ਗੱਲ ਕੀ ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਥਾਂ ਹੀ ਨਹੀਂ ਛੱਡੀ। ਰਾਮ ਪਿਆਰੀ ਕਹਿੰਦੀ, ਹਰੇ ਰਾਮ, ਤੈਨੂੰ ਆਖਿਆ ਸੀ ਨਾ ਪਿੱਛੋਂ ਜਾਂਦਿਆਂ ਨੂੰ ਆਵਾਜ਼ ਨਾ ਮਾਰ। ਦਵਾਈ ਦਿੱਤੀ ਹੈ? ਕਹਿੰਦੀ, ਇਹ ਪੀਣ ਨੂੰ ਦਿੱਤੀ ਹੈ। ਆਹ ਪੁੜੀਆਂ ਪਈਆਂ, ਆਹ ਗੋਲੀਆਂ ਖਾਣ ਨੂੰ ਤੇ 12 ਟੀਕੇ। ਹੇ ਰਾਮ, ਇੱਕੋ ਵਾਰ 12? ਨਹੀਂ ਨਹੀਂ, ਹਟ ਕੇ ਜੇ ਤੇ ਫਿਰ ਵੀ ਆਰਾਮ ਨਾ ਆਇਆ ਤਾਂ ਸਾਰੇ ਦੇ ਸਾਰੇ ਟੈਸਟ ਕਰਾਉਣੇ ਪੈਣਗੇ। ਹੇ ਰਾਮ, ਖੂਨ ਦਾ ਟੈਸਟ, ਥੁੱਕ ਦਾ, ਜਿਨ੍ਹਾਂ ਦੀ ਚੀਜ਼ ਨਾ ਹੀ ਲੈਣਾ ਉਹਨਾਂ ਦਾ ਵੀ ਲੈਣਾ, ਫਿਰ ਜਿਗਰ ਦੀ ਫੋਟੋ, ਛਾਤੀ ਦੀ ਫੋਟੋ, ਅੱਖਾਂ ਵਿਖਾਓ, ਦੰਦ ਕਢਾਓ। ਹੇ ਰਾਮ, ਤੇ ਬਾਕੀ ਕੀ ਰਹਿ ਗਿਆ? ਬਾਕੀ ਕੀ ਰਹਿ ਗਿਆ? ਪੋਸਟਮਾਰਟਮ। ਡਾਕਟਰਾਂ ਕਈ ਅੱਤ ਚੁੱਕੀ ਹੈ, ਨਵੇਂ ਤੋਂ ਨਵਾਂ ਭਰਮ ਪਾਉਂਦੇ ਨੇ। ਤੁਸੀਂ ਕਿਸੇ ਵੈਦ ਕੋਲ ਜਾਓ। ਹਰੀ ਚੰਦ ਕਹਿੰਦਾ, ਵੈਦਾਂ ਦੀ ਵੀ ਗੱਲ ਵੀ ਰਹਿਣ ਦੇ, ਸਾਰੇ ਇੱਕੋ ਰੱਸੇ ਦੇ ਫਾਹੇ ਦੇਣ ਵਾਲੇ ਨੇ। ਇਹ ਤਾਂ ਰੋਲ ਕੇ ਮਾਰਦੇ ਨੇ। ਇਹਦੇ ਨਾਲੋਂ ਤਾਂ ਬੰਦਾ ਸ਼ਰਾਫਤ ਨਾਲ ਮਰ ਜਾਵੇ ਸੋ ਚੰਗਾ ਹੈ। ਰਾਮ ਪਿਆਰੀ, ਹਾਏ ਹਾਏ, ਛੱਡੇ ਪਰੇ ਇਹਨਾਂ ਵਿਸ਼ਵਾਸਾਂ ਨੂੰ। ਤੂੰ ਮੇਰੀ ਗੱਲ ਸੁਣੋ, ਇੱਕ ਹੋਰ ਮੁਸੀਬਤ ਆ ਜਾ ਪਈ ਹੈ। ਅੱਗੇ ਮੁਸੀਬਤਾਂ ਦੇ ਕੋਈ ਘੱਟ ਸੀ ਜਿਹੜੀਆਂ ਹੋਰ ਆ ਗਈਆਂ? ਦੱਸ ਹੁਣ ਕੀ ਹੈ? ਤੁਸੀਂ ਗੱਲ ਧਿਆਨ ਨਾਲ ਤਾਂ ਸੁਣੋ। ਐਨਕ ਲਾ ਲਵਾਂ। ਮਦਨ ਆਇਆ ਹੋਇਆ, ਜਦੋਂ ਦਾ ਆਇਆ ਮੈਨੂੰ ਥੱਥੇ ਪੱਥੇ ਹੋਏ ਪਏ ਨੇ। ਮਦਨ ਕੌਣ? ਮੈਂ ਭੁੱਲ ਗਿਆ। ਮੇਰਾ ਭਣੇਵਾ, ਭੈਣ ਗਿਆਨੋ ਦਾ ਪੁੱਤਰ। ਬੁਰੀ ਹਾਲਤ ਹੈ ਵਿਚਾਰੇ ਦੀ। ਫੇਰ ਉਹਨੂੰ ਵੀ ਡਾਕਟਰ ਦੇ ਲੈ ਜਾ। ਨਹੀਂ ਤਾਂ ਖੈਰ ਉਹ ਦਵਾਈਆਂ ਵੰਡ ਕੇ ਖਾ ਲਵੇਗਾ। ਉਹਦੇ ਪਿੱਛੇ ਹਰੀ ਚੰਦ ਨੂੰ ਕੰਨ ਦੇ ਕੋਲ ਮੂੰਹ ਕਰਕੇ ਕਹਿੰਦੀ ਹੈ, ਉਹਦੇ ਪਿੱਛੇ। ਗੱਲ ਟੁੱਕਦਿਆਂ ਹੋਇਆ, ਅਜੇ ਮੈਂ ਬੋਲਾ ਨਹੀਂ ਹੋਇਆ, ਬੇਸ਼ੱਕ ਤੂੰ ਪਰੇ ਹੋ ਕੇ ਗੱਲ ਕਰ। ਉਹਦੇ ਪਿੱਛੇ ਪੁਲਿਸ ਲੱਗੀ ਹੋਈ ਹੈ, ਲੁਕਦਾ ਫਿਰਦਾ ਉਹ। ਤੇ ਤੂੰ ਕਿੱਧਰ ਦੀ ਸਿਆਣੀ ਆ ਗਈ, ਉਹਨੂੰ ਘਰ ਵਾੜ ਲਿਆਈ। ਅੱਗੇ ਡਾਕਟਰ ਸਾਡੇ ਪਿੱਛੇ ਲੱਗੇ ਹੋਏ ਆ, ਜੇ ਹੁਣ ਪੁਲਿਸ ਲੱਗ ਗਈ ਤਾਂ ਉੱਕਾ ਹੀ ਸਫਾਇਆ ਸਮਝ। ਉਹਨੇ ਰਾਤ ਦੀ ਰਾਤ ਅਟਕਾਣਾ ਹੈ, ਸਵੇਰੇ ਤੋੜ ਦਿਆਂਗੇ। ਮੈਂ ਕੀ ਕਰਦੀ ਹਾਂ, ਕਿਸੇ ਮੁਕੱਦਮੇ ਵਿੱਚ ਫਸ ਗਿਆ ਏ। ਹਰੀ ਚੰਦ ਕਹਿੰਦਾ, ਤੇ ਨਾਲ ਹੁਣ ਸਾਨੂੰ ਵੀ ਫਸਾਉਣਾ ਚਾਹੁੰਦਾ ਹੈ। ਸ਼ਾਬਾਸ਼ ਤੇਰੇ। ਮੈਂ ਮਾਂ ਦੀਏ ਬੱਚੀਏ, ਕਿਸੇ ਵੇਲੇ 7 ਬਗਾਨਿਆਂ ਨੂੰ ਵੀ ਲੁਕਾਉਣਾ ਪੈਂਦਾ ਹੈ। ਇਹ ਤਾਂ ਫਿਰ ਆਪਣਾ ਹੈ। ਨਾਲੇ ਵੇਖਣਾ ਕਿਸ਼ੋਰ ਨਾਲ ਗੱਲਾਂ ਨਾ ਕਰ ਦੇਣ ਕਿਤੇ। ਇਹੋ ਬੜਾ ਬੜਬੋਲਾ ਹੈ। ਹਜੇ ਰਾਮ ਪਿਆਰੀ ਤੇ ਹਰੀ ਚੰਦ ਗੱਲਾਂ ਕਰਕੇ ਹਟਦੇ ਹੀ ਹਨ ਕਿ ਇੱਕ ਸਾਧੂ ਤੇ ਮੌਨਧਾਰੀ ਰਾਮ ਪਿਆਰੀ ਦੇ ਦਰਵਾਜ਼ੇ ਉੱਪਰ ਆਵਾਜ਼ ਦਿੰਦੇ ਹਨ। ਰਾਮ ਪਿਆਰੀ ਉਹਨਾਂ ਨੂੰ ਅੰਦਰ ਆਉਣ ਲਈ ਕਹਿ ਕੇ ਮੰਜੇ ਉੱਪਰ ਖੇਸ ਵਿਛਾ ਦਿੰਦੀ ਹੈ, ਪਰ ਮੌਨਧਾਰੀ ਇਸ਼ਾਰੇ ਨਾਲ ਨਾ ਕਰ ਦਿੰਦਾ ਹੈ ਤੇ ਸਾਧੂ ਦੱਸਦਾ ਹੈ ਕਿ ਮੌਨ ਵਰਤ ਰੱਖ ਕੇ ਮਹਾਤਮਾ ਧਰਤੀ ਤੇ ਬੈਠਦੇ ਹਨ, ਜਦਕਿ ਸਾਧੂ ਉਸਦੇ ਚਰਨਾਂ ਵਿੱਚ ਹੀ ਬੈਠ ਜਾਂਦਾ ਹੈ। ਰਾਮ ਪਿਆਰੀ ਉਹਨਾਂ ਨੂੰ ਭੋਜਨ ਕਰਨ ਲਈ ਕਹਿੰਦੀ ਹੈ, ਪਰ ਸਾਧੂ ਕਹਿੰਦਾ ਹੈ ਕਿ ਉਹਨਾਂ ਨੇ ਭੋਜਨ ਨਹੀਂ ਕਰਨਾ, ਕਿਉਂਕਿ ਮੌਨਧਾਰੀ ਨੂੰ ਇੱਕ ਮਾਈ ਨੇ ਦੁੱਧ ਪਿਲਾ ਦਿੱਤਾ ਹੈ। ਰਾਮ ਪਿਆਰੀ ਅੰਦਰੋਂ ਫਲ ਲਿਆ ਕੇ ਸਾਧੂ ਮੂਹਰੇ ਰੱਖਦੀ ਹੈ। ਸਾਧੂ ਰਾਮ ਪਿਆਰੀ ਨੂੰ ਕਹਿੰਦਾ ਹੈ ਕਿ ਉਹ ਉਸਦੇ ਘਰ ਉਸਦੇ ਪਤੀ ਦੇ ਦੁੱਖ ਦਲਿੱਦਰ ਦੂਰ ਕਰਨ ਲਈ ਆਏ ਹਨ। ਰਾਮ ਪਿਆਰੀ ਆਪਣੇ ਸਰੀਰਕ ਦੁੱਖ ਦਾ ਹਾਲ ਦੱਸਦੀ ਹੈ ਕਿ ਉਸਦੀ ਸਿਹਤ ਕਮਜ਼ੋਰ ਹੋ ਗਈ ਹੈ। ਥੋੜ੍ਹੀ ਦੇਰ ਬਾਅਦ ਹਰੀ ਚੰਦ ਵੀ ਅੰਦਰੋਂ ਬਾਹਰ ਆ ਜਾਂਦਾ ਹੈ। ਰਾਮ ਪਿਆਰੀ ਨਾਲ ਮਜ਼ਾਕ ਦੀਆਂ ਗੱਲਾਂ ਕਰਦਾ ਹੈ। ਹਰੀ ਚੰਦ ਦੇ ਕਹਿਣ 'ਤੇ ਰਾਮ ਪਿਆਰੀ ਚਾਹ ਬਣਾਉਣ ਲਈ ਚਲੀ ਜਾਂਦੀ ਹੈ। ਸਾਧੂ ਅਤੇ ਹਰੀ ਚੰਦ ਇੱਕ ਦੂਸਰੇ ਨਾਲ ਮਜ਼ਾਕ ਦੀਆਂ ਗੱਲਾਂ ਕਰਦੇ ਹਨ। ਸਾਧੂ ਹਰੀ ਚੰਦ ਨੂੰ ਦੇਸੀ ਦਵਾਈ ਖਾਣ ਲਈ ਕਹਿੰਦਾ ਹੈ, ਕਿਉਂਕਿ ਉਸਦੇ ਅਨੁਸਾਰ ਵਿਲਾਇਤੀ ਦਵਾਈ ਗਰਮ ਤੇ ਖੁਸ਼ਕ ਹੁੰਦੀ ਹੈ। ਉਹ ਹਰੀ ਚੰਦ ਨੂੰ ਇੱਕ ਦਵਾਈ ਦੇਣ ਲਈ ਕਹਿੰਦਾ ਹੈ, ਜਿਸ ਨਾਲ ਉਸਦਾ ਸਰੀਰ ਤੇ ਚਿਹਰਾ ਚਮਕ ਉੱਠਣ ਦਾ ਦਾਅਵਾ ਕਰਦਾ ਹੈ। ਹਰੀ ਚੰਦ ਦਾ ਪੁੱਤਰ ਕਿਸ਼ੋਰ ਜਦੋਂ ਬਾਈਸਿਕਲ 'ਤੇ ਘਰ ਵੜਦਾ ਹੈ ਤਾਂ ਉਹ ਸਾਧੂਆਂ ਨੂੰ ਦੇਖ ਕੇ ਦਾਨ ਪੁੰਨ
ਵਾਲੀ ਗੱਲ ਸੁਣ ਕੇ ਭੜਕ ਉੱਠਦਾ ਹੈ ਤੇ ਆਪਣੇ ਪਿਤਾ ਤੇ ਮਾਤਾ ਨੂੰ ਖਿੱਝ ਕੇ ਸਮਝਾਉਂਦਾ ਹੈ ਕਿ ਉਹ ਕਿੰਨੇ ਵਾਰੀ ਕਿਹਾ ਹੈ ਕਿ ਪਖੰਡੀ ਸਾਧੂਆਂ ਨੂੰ ਮੂੰਹ ਨਾ ਲਾਇਆ ਕਰੋ। ਉਹ ਦਬਕੇ ਮਾਰ ਕੇ ਸਾਧੂਆਂ ਨੂੰ ਬਾਹਰ ਜਾਣ ਲਈ ਕਹਿੰਦਾ ਹੈ, ਜਦਕਿ ਹਰੀਚੰਦ ਤੇ ਰਾਮ ਪਿਆਰੀ ਸਾਧੂਆਂ ਨੂੰ ਭੋਜਨ ਕਰਕੇ ਜਾਣ ਲਈ ਜ਼ੋਰ ਪਾਉਂਦੇ ਹਨ। ਮੋਨਧਾਰੀ ਦੇ ਇਸ਼ਾਰੇ ਤੇ ਸਾਧੂ ਹਰੀਚੰਦ ਨੂੰ ਕਹਿੰਦਾ ਹੈ ਕਿ ਉਸਦੇ ਘਰ ਵਿੱਚ ਕੋਈ ਬਹੁਤ ਦੁਖੀ ਹੈ। ਉਸਦੇ ਜਵਾਬ ਵਿੱਚ ਕਿਸ਼ੋਰ ਉਸਨੂੰ ਜਲਦੀ ਨਾਲ ਘਰੋਂ ਨਿਕਲਣ ਲਈ ਕਹਿੰਦਾ ਹੈ। ਰਾਮ ਪਿਆਰੀ ਦੇ ਕਹਿਣ ਤੇ ਸਾਧੂਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਦਨ ਲਾਲ ਵੀ ਅੰਦਰੋਂ ਨਿਕਲਦਾ ਹੈ। ਉਸ ਦੇ ਮੱਥੇ ਉੱਪਰ ਪੱਟੀ ਦਿਸਦੀ ਹੈ। ਕਿਸ਼ੋਰ ਮਦਨ ਨੂੰ ਦੇਖ ਕੇ ਹੈਰਾਨ ਹੁੰਦਾ ਹੈ। ਸਾਧੂ ਦੁਆਰਾ ਮਦਨ ਨੂੰ ਦੁਖੀ ਦੱਸਣ ਤੇ ਕਿਸ਼ੋਰ ਕਹਿੰਦਾ ਹੈ ਕਿ ਇਹਨਾਂ ਸਾਧੂਆਂ ਨੇ ਪਖੰਡ ਰਚਿਆ ਹੋਇਆ ਹੈ। ਇਹ ਦੋ ਚਾਰ ਦੋਹੇ ਰੱਟ ਕੇ ਲੋਕਾਂ ਨੂੰ ਠੱਗਦੇ ਫਿਰਦੇ ਨੇ। ਕਿਸ਼ੋਰ ਆਪਣੇ ਪਤੀ ਹਰੀਚੰਦ ਨੂੰ ਅਖਬਾਰ ਦਿਖਾਉਂਦਾ ਦੱਸਦਾ ਹੈ ਕਿ ਜੇਲ੍ਹ ਵਿੱਚੋਂ 2 ਹਵਾਲਾਤੀ ਫਰਾਰ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਚਿਹਰਾ ਉਹਨਾਂ ਨਾਲ ਮਿਲਦਾ ਹੈ। ਸਾਧੂ ਮਦਨ ਨੂੰ ਦੱਸਦਾ ਹੈ ਕਿ ਉਸਦੇ ਸਿਰ ਤੇ 32ਵੇਂ ਸਾਲ ਵਿੱਚ ਸੱਟ ਲੱਗਣੀ ਚਾਹੀਦੀ ਸੀ। ਹੁਣ ਉਸਦਾ ਦੁੱਖ ਦੂਰ ਹੋਣ ਵਾਲਾ ਹੈ। ਕਿਸ਼ੋਰ ਅਖਬਾਰ ਪੜ੍ਹ ਕੇ ਹਵਾਲਾਤੀਆਂ ਤੇ ਸ਼ਨਾਖਤੀ ਚਿੰਨ੍ਹਾਂ ਮੁਤਾਬਿਕ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਰਾਮ ਪਿਆਰੀ ਅਤੇ ਹਰੀਚੰਦ ਉਸਦੇ ਗੁੱਸੇ ਵਿੱਚ ਹੁੰਦੇ ਹਨ ਤੇ ਸਾਧੂ ਵੀ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਨ। ਕਿਸ਼ੋਰ ਉਹਨਾਂ ਸਾਧੂਆਂ ਨੂੰ ਪੁਲਿਸ ਕੋਲ ਫੜਾਉਣ ਲਈ ਘਰੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਹਰੀਚੰਦ ਉਸਨੂੰ ਜੱਫਾ ਪਾ ਲੈਂਦਾ ਹੈ। ਉਹ ਕਹਿੰਦਾ ਹੈ ਕਿ ਉਸਦੇ ਘਰ ਪੁਲਿਸ ਨਹੀਂ ਆਏਗੀ। ਮਦਨ ਘਬਰਾ ਕੇ ਬਾਹਰ ਦੌੜੇ ਜਾਂਦੇ ਕਿਸ਼ੋਰ ਨੂੰ ਰੋਕਦਾ ਹੈ, ਪਰ ਕਿਸ਼ੋਰ ਬਾਹਰ ਨੂੰ ਦੌੜ ਜਾਂਦਾ ਹੈ। ਮਦਨ ਜਦੋਂ ਰਾਮ ਪਿਆਰੀ ਤੇ ਹਰੀਚੰਦ ਨੂੰ ਕਹਿੰਦਾ ਹੈ ਕਿ ਉਹ ਚੱਲਾ ਹੈ ਤਾਂ ਸਾਧੂ ਮਦਨ ਨੂੰ ਜ਼ੋਰ ਨਾਲ ਫੜ ਲੈਂਦਾ ਹੈ। ਉਹ ਉਸਦੇ ਮੱਥੇ ਤੇ ਪੱਟੀ ਖੋਲ੍ਹ ਕੇ ਉਸਦੇ ਸ਼ਨਾਖਤੀ ਦਾਗ ਨੂੰ ਪਛਾਣ ਲੈਂਦਾ ਹੈ। ਸਾਧੂ ਮੋਨਧਾਰੀ ਬਣੇ ਇੰਸਪੈਕਟਰ ਨੂੰ ਦਾਗ ਦਿਖਾਉਂਦਾ ਹੈ, ਜਿਸ ਤੇ ਮੋਨਧਾਰੀ ਬਣਿਆ ਇੰਸਪੈਕਟਰ ਦੀਪਚੰਦ ਆਪਣੇ ਝੋਲੇ ਵਿੱਚੋਂ ਰਿਵਾਲਵਰ ਮਦਨ ਉੱਪਰ ਤਾਣ ਦਿੰਦਾ ਹੈ। ਅਸਲ ਵਿੱਚ ਸਾਧੂ ਤੇ ਮੋਨਧਾਰੀ ਪੁਲਿਸ ਮੁਲਾਜ਼ਮ ਹੁੰਦੇ ਹਨ, ਜੋ ਗਬਨਕਾਰੀ ਮਦਨ ਨੂੰ ਗ੍ਰਿਫਤਾਰ ਕਰਨ ਲਈ ਸਾਰਾ ਨਾਟਕ ਰਚਦੇ ਹਨ। ਇਸ ਪ੍ਰਕਾਰ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਵਹਿਮਾਂ ਭਰਮਾਂ ਪ੍ਰਤੀ ਚੇਤਨਤਾ, ਭ੍ਰਿਸ਼ਟ ਲੋਕਾਂ ਦਾ ਕਿਰਦਾਰ ਅਤੇ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਨੂੰ ਪੇਸ਼ ਕੀਤਾ ਗਿਆ ਹੈ। ਹੁਣ ਬੱਚੇ ਇਹਦੇ ਨਾਲ ਸੰਬੰਧਿਤ ਆ ਗਏ ਪ੍ਰਸ਼ਨ ਉੱਤਰ। ਸਭ ਤੋਂ ਪਹਿਲਾ ਪ੍ਰਸ਼ਨ ਆ ਗਿਆ ਕਿ ਹੇਠ ਦਿੱਤੀਆਂ ਵਾਰਤਾਲਾਪ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਸੁੱਖੀ ਸਾਂਦੀ ਮਰਨ ਤੇਰੇ ਵੈਰੀ, ਇੱਥੋਂ ਪੁਲਿਸ ਨਹੀਂ ਆ ਸਕਦੀ, ਘਬਰਾ ਨਾ, ਚੱਲ ਅੰਦਰ ਹੱਥ ਮੂੰਹ ਧੋ ਤੇ ਹੁਣੇ ਤੇਰਾ ਵੀਰ ਦਫ਼ਤਰੋਂ ਆਉਂਦਾ ਹੈ ਤਾਂ ਤੁਹਾਨੂੰ ਚਾਹ ਬਣਾ ਕੇ ਦੇਣੀ ਆ। ਇਹ ਸਤਰਾਂ ਇਸ ਇਕਾਂਗੀ ਵਿੱਚੋਂ ਕਿਸ ਇਕਾਂਗੀ ਵਿੱਚੋਂ ਹਨ? ਇਹ ਸਤਰਾਂ ਇਕਾਂਗੀ ਮੋਨਧਾਰੀ ਵਿੱਚੋਂ ਹਨ। ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸਨੇ ਤੇ ਕਿਸ ਨੂੰ ਕਹੇ? ਇਹ ਸ਼ਬਦ ਈਸ਼ਵਰ ਚੰਦਰ ਦੁਆਰਾ ਲਿਖੀ ਗਈ ਇਕਾਂਗੀ ਮੋਨਧਾਰੀ ਵਿੱਚ ਰਾਮ ਪਿਆਰੀ ਨੇ ਆਪਣੇ ਭਾਂਜੇ ਮਦਨ ਨੂੰ ਕਹੇ। ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ? ਰਾਮ ਪਿਆਰੀ ਮਦਨ ਨੂੰ ਦਿਲਾਸਾ ਦਿੰਦੀ ਹੋਈ ਕਹਿੰਦੀ ਹੈ ਕਿ ਉਹ ਉਸਨੂੰ ਕੁਝ ਨਹੀਂ ਹੋਣ ਦੇਵੇਗੀ। ਉਸਦੇ ਘਰ ਵਿੱਚ ਪੁਲਿਸ ਨਹੀਂ ਆ ਸਕਦੀ, ਇਸ ਲਈ ਉਸਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਵੀਰਾ ਕਿੱਥੋਂ ਆਉਣ ਵਾਲਾ ਹੈ? ਉਸਦੇ ਆਉਣ ਤੇ ਕੀ ਬਣਾਉਣ ਦਾ ਵਿਚਾਰ ਹੈ? ਮਦਨ ਦੀ ਮਾਸੀ ਰਾਮ ਪਿਆਰੀ ਦਾ ਮੁੰਡਾ ਕਿਸ਼ੋਰ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਦੀ ਨੌਕਰੀ ਕਰਦਾ ਹੈ। ਉਹ ਦਫ਼ਤਰੋਂ ਛੁੱਟੀ ਕਰਕੇ ਆਉਣ ਵਾਲਾ ਹੈ ਤੇ ਉਸਦੇ ਆਉਣ ਤੇ ਰਾਮ ਪਿਆਰੀ ਵੱਲੋਂ ਦੋਨਾਂ ਨੂੰ ਚਾਹ ਬਣਾ ਕੇ ਪਿਲਾਉਣ ਦਾ ਵਿਚਾਰ ਕਰਦੀ ਹੈ। ਨੈਕਸਟ ਆ ਗਿਆ ਕਚੀਚੀ ਵੱਟ ਕੇ। ਬਕ ਬੰਦ ਕਰ ਬਾਬਾ ਹਰੀਚੰਦ ਨੂੰ। ਪਿਤਾ ਜੀ, ਫੇਰ ਇਹੋ ਗੱਲਾਂ ਮੈਂ ਤੁਹਾਨੂੰ ਕਿੰਨੀ ਵਾਰ ਸਮਝਾ ਚੁੱਕਾ ਕਿ ਇਹਨਾਂ ਪਖੰਡੀਆਂ ਦੇ ਮੂੰਹ ਨਾ ਲੱਗਿਆ ਕਰੋ। ਉੱਠੋ ਬਾਬਾ, ਨਿਕਲੋ ਇੱਥੋਂ। ਇਹ ਸਤਰਾਂ ਕਿਸ ਇਕਾਂਗੀ ਵਿੱਚ ਹਨ? ਇਕਾਂਗੀ ਮੋਨਧਾਰੀ ਵਿੱਚੋਂ ਹਨ। ਇਹ ਵਾਰਤਾਲਾਪ, ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਇਹ ਸ਼ਬਦ ਕਿਸ਼ੋਰ ਨੇ ਆਪਣੇ ਪਿਤਾ ਹਰੀਚੰਦ ਨੂੰ ਕਹੇ। ਪੁੱਤਰ ਪਿਤਾ ਨੂੰ ਕੀ ਸਮਝਾ ਚੁੱਕਾ ਹੈ? ਪੁੱਤਰ ਆਪਣੇ ਪਿਤਾ ਹਰੀਚੰਦ ਨੂੰ ਕਈ ਵਾਰ ਇਹ ਸਮਝਾ ਚੁੱਕਾ ਹੈ ਕਿ ਉਹ ਪਖੰਡੀ ਸਾਧੂਆਂ ਨੂੰ ਮੂੰਹ ਨਾ ਲਾਇਆ ਕਰੇ। ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ? ਕਿਸ਼ੋਰ ਪਖੰਡੀ ਬਾਬਿਆਂ ਨੂੰ ਮੂੰਹ ਦਾ ਲਾਉਣ ਦੀ ਸਲਾਹ ਦਿੰਦਾ ਹੈ ਤੇ ਉਹਨਾਂ ਨੂੰ ਉੱਠ ਕੇ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ। ਫੁਰਤੀ ਨਾਲ ਝੋਲੀ ਵਿੱਚ ਰਿਵਾਲਵਰ ਤਾਣ ਕੇ ਖਬਰਦਾਰ, ਹਿੱਲੋ ਮਤ। ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਹੈ। ਮੈਂ ਇੰਸਪੈਕਟਰ ਦੀਪਚੰਦ। ਹਵਾਲਦਾਰ ਜਾਣੇ ਨਾ ਪਏ ਮੁਲਜ਼ਮ। ਇਹ ਸਤਰਾਂ ਕਿਸ ਇਕਾਂਗੀ ਵਿੱਚ ਹਨ? ਇਹ ਸਤਰਾਂ ਮੋਨਧਾਰੀ ਇਕਾਂਗੀ ਵਿੱਚ ਹਨ। ਇੱਕ ਵਾਰਤਾਲਾਪ ਅਨੁਸਾਰ ਮਦਨ ਨੂੰ ਕਿਵੇਂ ਖਬਰਦਾਰ ਕੀਤਾ ਗਿਆ? ਮਦਨ ਨੂੰ ਖਬਰਦਾਰ, ਹਿੱਲੋ ਮਤ, ਇਹ ਕਹਿ ਕੇ ਝੋਲੇ ਵਿੱਚੋਂ ਰਿਵਾਲਵਰ ਕੱਢ ਕੇ ਉਸਨੇ ਉੱਪਰ ਉਸਦੇ ਤਾਣ ਕੇ ਖਬਰਦਾਰ ਕੀਤਾ ਗਿਆ। ਹਵਾਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ? ਹਵਾਲਦਾਰ ਨੂੰ ਮੁਲਜ਼ਮ ਨੂੰ ਨਾ ਜਾਣ ਦੇਣ ਲਈ ਕਿਹਾ ਗਿਆ।
ਜਾਣੇ ਨਾ ਪਏ ਮੁਲਜ਼ਮ ਵਾਰਤਾਲਾਪ ਵਿੱਚ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ। ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ਮੋਹਨਧਾਰੀ ਵਿੱਚ ਇਹ ਸ਼ਬਦ ਇੰਸਪੈਕਟਰ ਦੀਪ ਚੰਦ ਨੇ ਹਵਾਲਦਾਰ ਨੂੰ ਕਹੇ। ਅੱਗੇ ਆ ਗਿਆ ਬੱਚੇ ਪਾਤਰਾਂ ਦੇ ਪਾਤਰ ਚਿੱਤਰਨ ਕਰੋ। ਰਾਮ ਪਿਆਰੀ, ਸਾਧੂ, ਹਰੀਚੰਦ, ਮੋਹਨਧਾਰੀ, ਮਦਨ ਲਾਲ ਤੇ ਕਿਸ਼ੋਰ ਚੰਦ। ਇਸ ਵਿੱਚ ਬੱਚੇ ਮੈਂ ਤੁਹਾਨੂੰ ਹੈਡਿੰਗ ਦੱਸ ਦਿੰਦੀ ਹਾਂ, ਅੱਗੋਂ ਡਿਟੇਲ ਤੁਸੀਂ ਆਪਣੇ ਆਪ ਵੀ ਲਿਖ ਸਕਦੇ ਹੋ। ਜਿਵੇਂ ਰਾਮ ਪਿਆਰੀ ਹੈ, ਭੋਲੀ ਭਾਲੀ ਔਰਤ ਹੈ, ਪਤੀ ਦਾ ਖਿਆਲ ਰੱਖਣ ਵਾਲੀ ਹੈ। ਸਾਧੂ ਮਹਾਤਮਾ ਪ੍ਰਤੀ ਸ਼ਰਧਾ ਰੱਖਣ ਵਾਲੀ ਹੈ, ਘਰ ਦੇ ਕਲੇਸ਼ ਤੋਂ ਦੁਖੀ ਰਹਿੰਦੀ ਹੈ। ਸਾਧੂ ਮਹਾਤਮਾ ਦੀ ਨਿੰਦਾ ਨਾ ਸੁਣਨ ਵਾਲੀ ਹੈ, ਭਾਂਜੇ ਲਈ ਫਿਕਰਮੰਦ ਹੁੰਦੀ ਹੈ ਅਤੇ ਹੌਸਲਾ ਦੇਣ ਵਾਲੀ ਹੁੰਦੀ ਹੈ। ਸਾਧੂ ਕੌਣ ਹੈ? ਪੁਲਿਸ ਮੁਲਾਜ਼ਮ ਹੈ, ਚੁਸਤ ਚਲਾਕ ਹੈ, ਹਾਜ਼ਰ ਜਵਾਬ ਹੈ, ਮੋਹਨਧਾਰੀ ਦਾ ਇਸ਼ਾਰਾ ਸਮਝਣ ਵਾਲਾ ਹੈ, ਧਾਰਨਾ ਬੋਲਣ ਵਾਲਾ ਹੈ, ਗੁੱਸਾ ਨਾ ਕਰਨ ਵਾਲਾ, ਦਲੇਰ ਹਵਲਦਾਰ। ਹਰੀਚੰਦ ਰਾਮ ਪਿਆਰੀ ਦਾ ਘਰ ਵਾਲਾ ਹੈ, ਬਿਮਾਰੀਆਂ ਨਾਲ ਘਿਰਿਆ ਹੋਇਆ ਹੈ, ਸ਼ੌਕੀਨ ਆਦਮੀ ਹੈ, ਰੋਹਬ ਰੱਖਣ ਵਾਲਾ ਹੈ, ਕਾਲਾ ਪੈਣ ਵਾਲਾ ਹੈ, ਮਜ਼ਾਕੀਆ ਹੈ। ਗੁੱਸੇਖੋਰ ਵਿਅਕਤੀ ਹੈ, ਡਾਕਟਰਾਂ ਤੇ ਵੈਦਾਂ ਪ੍ਰਤੀ ਅਲੱਗ-ਅਲੱਗ ਸੋਚ ਰੱਖਣ ਵਾਲਾ ਹੈ, ਦਵਾਈਆਂ ਖਾਣ ਤੋਂ ਦੁਖੀ ਹੁੰਦਾ ਹੈ, ਸੰਤਾਂ ਸਾਧੂਆਂ ਦੇ ਮਗਰ ਲੱਗਣ ਵਾਲਾ ਹੈ। ਮੋਹਨਧਾਰੀ ਸੂਝਵਾਨ ਹੈ, ਚੁਸਤ ਚਲਾਕ ਹੈ, ਚੁੱਪਚਾਪ ਰਹਿਣ ਵਾਲਾ ਹੈ, ਅਧਖੜ ਉਮਰ ਦਾ ਵਿਅਕਤੀ ਹੈ, ਚੇਲੇ ਨੂੰ ਇਸ਼ਾਰੇ ਨਾਲ ਗੱਲਾਂ ਸਮਝਾਉਣ ਵਾਲਾ ਹੈ, ਵਧੀਆ ਅਦਾਕਾਰ ਹੈ ਅਤੇ ਜ਼ਿੰਮੇਦਾਰ ਅਫਸਰ ਹੈ ਅਤੇ ਤਸੱਲੀ ਦਿਵਾਉਣ ਵਾਲਾ ਹੈ। ਮਦਨ ਲਾਲ ਰਾਮ ਪਿਆਰੀ ਦਾ ਰਿਸ਼ਤੇਦਾਰ ਹੈ, ਵਿਗੜੇ ਹੋਏ ਹੁਲੀਏ ਵਾਲਾ ਹੈ, ਫਿਕਰ ਅਤੇ ਚਿੰਤਾ ਦਾ ਮਾਰਿਆ ਹੈ, ਭਗੌੜਾ ਲਾਲਚੀ ਵਿਅਕਤੀ, ਝੂਠ ਬੋਲਣ ਵਾਲਾ ਅਤੇ ਜਲਦੀ ਘਬਰਾ ਜਾਣ ਵਾਲਾ। ਕਿਸ਼ੋਰ ਚੰਦ ਆਪਣੇ ਮਾਂ ਬਾਪ ਨੂੰ ਪਿਆਰ ਕਰਨ ਵਾਲਾ, ਪਖੰਡੀ ਸਾਧੂਆਂ ਦੇ ਖਿਲਾਫ, ਪਿਤਾ ਨੂੰ ਸਮਝਾਉਣ ਵਾਲਾ, ਗੁੱਸੇਖੋਰ, ਆਲੇ ਦੁਆਲੇ ਬਾਰੇ ਜਾਣਕਾਰੀ ਰੱਖਣ ਵਾਲਾ, ਅਕਲਮੰਦ ਨੌਜਵਾਨ। ਇਹ ਸੀ ਬੱਚੇ ਇਸ ਇਕਾਂਗੀ ਦੇ ਪਾਤਰਾਂ ਪ੍ਰਤੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਕਾਂਗੀ ਸਮਝ ਆ ਗਈ ਹੋਵੇ। ਧੰਨਵਾਦ।